ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਹਾਨੂੰ ਕਿਸੇ ਵੀ ਪ੍ਰਾਈਵੇਟ ਬੈਂਕ ਜਾਂ ਫਿਰ ਗਵਰਨਮੈਂਟ ਬੈਂਕ ਵਿੱਚ ਜੌਬ ਕਿੱਦਾਂ ਮਿਲਦੀ ਆ। ਤਾਂ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਾਈਵੇਟ ਬੈਂਕ ਦੀ। ਜੇ ਤੁਸੀਂ ਪ੍ਰਾਈਵੇਟ ਬੈਂਕ ਵਿੱਚ ਜੌਬ ਲੈਣੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਸ ਪ੍ਰਾਈਵੇਟ ਬੈਂਕ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾਣਾ ਪਊਗਾ ਜਾਂ ਫਿਰ ਉਸ ਬੈਂਕ ਦੀ ਕਿਸੇ ਵੀ ਬ੍ਰਾਂਚ ਵਿੱਚ ਤੁਹਾਨੂੰ ਵਿਜ਼ਿਟ ਕਰਨਾ ਪਊਗਾ। ਉਸ ਬ੍ਰਾਂਚ ਵਿੱਚ ਵਿਜ਼ਿਟ ਕਰਨ ਤੋਂ ਜਾ ਕੇ ਤੁਹਾਨੂੰ ਉੱਥੇ ਦੇ ਮੈਨੇਜਰ ਨਾਲ ਗੱਲ ਕਰਨੀ ਪੈਣੀ ਹੈ ਕਿ ਤੁਸੀਂ ਜਿਹੜੀ ਉੱਥੇ ਕਿਸੇ ਜੌਬ ਲਈ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਚਾਹੁੰਦੇ ਹੋ। ਫਿਰ ਉਹ ਤੁਹਾਡਾ ਇੱਕ ਐਪਟੀਟਿਊਡ ਟੈਸਟ ਅਤੇ ਇੰਟਰਵਿਊ ਰਜਿਸਟਰ ਕਰ ਦੇਣਗੇ। ਜਦੋਂ ਤੁਸੀਂ ਆਪਣਾ ਟੈਸਟ ਤੇ ਇੰਟਰਵਿਊ ਨੂੰ ਰਜਿਸਟਰ ਕਰਵਾ ਲਿਆ, ਉਸ ਤੋਂ ਬਾਅਦ ਜਿਹੜਾ ਤੁਹਾਡਾ ਟੈਸਟ ਤੇ ਇੰਟਰਵਿਊ ਹੋਊਗਾ ਉਹ ਜ਼ਿਆਦਾਤਰ ਜਿਹੜੀਆਂ ਬੈਂਕਸ ਨੇ ਉਹ ਆਨਲਾਈਨ ਮੋਡ ਦੇ ਥਰੂ ਹੀ ਲੈਂਦੀਆਂ ਨੇ। ਜਿੱਦਾਂ ਕਿ ਸਮਝ ਲਓ ਸਕਾਈਪ ਤੇ ਉਹ ਤੁਹਾਡਾ ਵੀਡੀਓ ਕਾਲ ਦੇ ਰਾਹੀਂ ਤੁਹਾਡਾ ਇੱਕ ਇੰਟਰਵਿਊ ਲੈ ਲੈਣਗੇ ਤੇ ਜਿਹੜੇ ਇੰਟਰਵਿਊ 'ਚ ਜਿਹੜੇ ਕੁਐਸਚਨ ਪੁੱਛਣਗੇ ਉਹ ਬਹੁਤ ਜ਼ਿਆਦਾ ਬੇਸਿਕਸ ਹੀ ਹੋਣਗੇ। ਉਹਦੀ ਜਿਹੜੀ ਤਿਆਰੀ ਆ ਉਹ ਤੁਸੀਂ ਬਸ ਜਿਹੜੀ ਵੀ ਬੈਂਕ ਪਤਾ ਤੁਸੀਂ ਐਗਜ਼ਾਮ ਦੇਣ ਜਾ ਰਹੇ ਹੋ ਉਹਦੇ ਬਾਰੇ ਤੁਸੀਂ ਗੂਗਲ ਤੋਂ ਉਹਦੀ ਬੇਸਿਕ ਡਿਟੇਲਸ ਲੈ ਲੈਣੀਆਂ ਨੇ, ਯਾਨੀ ਕਿ ਉਸਦਾ CEO ਕੌਣ ਆ ਜਾਂ ਫਿਰ ਉਹ ਬੈਂਕ ਕਦੋਂ ਸ਼ੁਰੂ ਹੋਈ ਸੀ। ਤੋਂ ਬਹੁਤ ਹੀ ਜ਼ਿਆਦਾ ਈਜ਼ੀ ਕੁਐਸਚਨ ਪੁੱਛੇ ਜਾਂਦੇ ਨੇ। ਜਾਂ ਫਿਰ ਜਿਹੜੀਆਂ ਕਈ ਬੈਂਕਸ ਹੁੰਦੀਆਂ ਨੇ ਉਹ ਫਿਰ ਤੁਹਾਨੂੰ ਬ੍ਰਾਂਚ ਵਿੱਚ ਹੀ ਬੁਲਾ ਜਾਂਦੀਆਂ ਨੇ ਤੇ ਬ੍ਰਾਂਚ ਵਿੱਚ ਵੀ ਤੁਹਾਡੇ ਤੋਂ ਉਹੀ ਕੁਐਸਚਨ ਪੁੱਛਦੀਆਂ ਨੇ ਜੋ ਉਹਨਾਂ ਨੇ ਆਨਲਾਈਨ ਐਗਜ਼ਾਮ ਵਿੱਚ ਪੁੱਛਣੇ ਹੁੰਦੇ ਆ। ਬਿਲਕੁਲ ਹੀ ਬੇਸਿਕ ਕੁਐਸਚਨ ਪੁੱਛੇ ਜਾਂਦੇ, ਤੁਹਾਨੂੰ ਇੱਥੇ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈਗੀ। ਜਦੋਂ ਤੁਸੀਂ ਆਪਣਾ ਐਪਟੀਟਿਊਡ ਟੈਸਟ ਤੇ ਇੰਟਰਵਿਊ ਕਲੀਅਰ ਕਰ ਲਿਆ, ਜੋ ਕਿ ਜ਼ਿਆਦਾਤਰ ਸਟੂਡੈਂਟ ਕਲੀਅਰ ਕਰ ਹੀ ਦਿੰਦੇ ਆ ਕਿਉਂਕਿ ਜਿਹੜਾ ਇੰਟਰਵਿਊ ਹੁੰਦਾ ਬਹੁਤ ਜ਼ਿਆਦਾ ਈਜ਼ੀ ਹੁੰਦਾ। ਜਿਹੜੇ ਪ੍ਰਾਈਵੇਟ ਬੈਂਕ ਵਾਲੇ ਨੇ ਉਹ ਤੁਹਾਡੇ ਵਿੱਚ ਸਿਰਫ ਕੌਨਫੀਡੈਂਸ ਦੇਖਦੇ ਆ। ਅਗਰ ਤੁਹਾਡੇ ਵਿੱਚ ਕੌਨਫੀਡੈਂਸ ਹੈਗਾ ਵਾ ਤਾਂ ਜਿਹੜੀ ਤੁਹਾਡੀ ਜੌਬ ਆ ਉਹ ਤੁਹਾਨੂੰ ਪੱਕਾ ਮਿਲ ਹੀ ਜਾਂਦੀ ਆ। ਤੇ ਜਦੋਂ ਤੁਹਾਡਾ ਇੰਟਰਵਿਊ ਕਲੀਅਰ ਹੋ ਜਾਂਦਾ ਵਾ ਉਸ ਤੋਂ ਬਾਅਦ ਤੁਹਾਨੂੰ ਕੁਝ ਦਿਨਾਂ ਬਾਅਦ ਤੁਹਾਡੀ ਜੁਆਇਨਿੰਗ ਲੈਟਰ ਆ ਜਾਂਦੀ ਹੈ ਤੇ ਉਸ ਨੂੰ ਤੁਸੀਂ ਅਸੈਪਟ ਕਰਨਾ ਹੁੰਦਾ ਵਾ। ਉਸ ਨੂੰ ਅਸੈਪਟ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਜੌਬ ਆ ਤੁਹਾਨੂੰ ਮਿਲ ਜਾਂਦੀ ਆ। ਨਾਲ ਤੁਹਾਨੂੰ ਆਪਾਂ ਥੋੜੀ ਹੋਰ ਇਨਫੋਰਮੇਸ਼ਨ ਦੇ ਦਈਏ, ਜਿਹੜੀਆਂ ਕਈ ਬੈਂਕਸ ਨੇ ਪ੍ਰਾਈਵੇਟ ਬੈਂਕਸ ਨੇ ਉਹ ਤੁਹਾਡੇ ਤੋਂ ਟ੍ਰੇਨਿੰਗ ਦੇ ਪੈਸੇ ਵੀ ਚਾਰਜ ਕਰ ਦਿੰਦੀਆਂ ਨੇ। ਜਿੱਦਾਂ ਕਿ ਕਈ ਬੈਂਕਸ 5000 ਚਾਰਜ ਕਰਦੀਆਂ ਨੇ ਜਾਂ ਫਿਰ 10000 ਚਾਰਜ ਕਰਦੀਆਂ ਨੇ। ਉਸ ਵਿੱਚ ਉਹ ਤੁਹਾਨੂੰ ਪੂਰੀ ਟ੍ਰੇਨਿੰਗ ਦਿੰਦੀ ਹੈ ਕਿ ਤੁਸੀਂ ਬੈਂਕ ਦੇ ਜਿਹੜੇ ਕੰਪਿਊਟਰਸ ਨੇ ਉਸ ਨੂੰ ਕਿੱਦਾਂ ਇਸਤੇਮਾਲ ਕਰਨਾ ਵਾ ਜਾਂ ਫਿਰ ਜਿਹੜੇ ਲੋਕਾਂ ਦੇ ਅਕਾਊਂਟ ਨੇ ਸੇਵਿੰਗਸ ਅਕਾਊਂਟ ਜਾਂ ਕਰੰਟ ਅਕਾਊਂਟ ਉਹ ਕਿੱਦਾਂ ਖੋਲ੍ਹਣੇ ਨੇ। ਇਸ ਲਈ ਉਹ ਤੁਹਾਡੇ ਤੋਂ ਪੈਸੇ ਚਾਰਜ ਕਰ ਸਕਦੇ ਆ। ਦੂਸਰੇ ਨੰਬਰ 'ਤੇ ਜਿਹੜੀ ਪ੍ਰਾਈਵੇਟ ਬੈਂਕਸ ਨੇ ਇਹ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਜੌਬ ਦੀ ਪੋਜੀਸ਼ਨ ਦਿੰਦੇ ਆ ਸੇਲਸ ਆਫਿਸਰ ਦੀ ਹੀ ਦਿੰਦੇ ਆ। ਤੁਹਾਨੂੰ ਹੋ ਜਲਦੀ ਹੋਰ ਪੋਜੀਸ਼ਨ ਨਹੀਂ ਦਿੰਦੇ। ਜੇ ਤੁਸੀਂ ਹੋਰ ਕੋਈ ਪੋਜੀਸ਼ਨ ਲੈਣੀ ਹੈ ਫਿਰ ਤੁਹਾਨੂੰ ਪਹਿਲਾਂ ਆਪਣਾ ਐਕਸਪੀਰੀਅੰਸ ਸ਼ੋ ਕਰਨਾ ਪਊਗਾ ਜਾਂ ਫਿਰ ਤੁਹਾਨੂੰ ਸੇਲਸ ਆਫਿਸਰ 'ਤੇ ਹੀ 2 ਸਾਲ ਦਾ ਐਕਸਪੀਰੀਅੰਸ ਲੈਣਾ ਹੀ ਪੈਣਾ ਵਾ, ਫਿਰ ਹੀ ਤੁਸੀਂ ਅੱਗੇ ਪ੍ਰਮੋਟ ਹੋ ਸਕੋਗੇ। ਤੇ ਤੀਸਰੇ ਨੰਬਰ 'ਤੇ ਆਪਾਂ ਤੁਹਾਨੂੰ ਜਿਹੜੀ ਗੱਲ ਦੱਸਦੀ ਉਹ ਆ ਕਿ ਜਿਹੜੀ ਪ੍ਰਾਈਵੇਟ ਬੈਂਕ ਵਿੱਚ ਪ੍ਰਮੋਸ਼ਨ ਹੁੰਦੀ ਹੈ ਪਰਫਾਰਮੈਂਸ ਬੇਸ 'ਤੇ ਹੁੰਦੀ ਹੈ। ਯਾਨੀ ਕਿ ਜਿੱਦਾਂ ਹੀ ਤੁਸੀਂ ਪ੍ਰਾਈਵੇਟ ਬੈਂਕ ਦੇ ਟਾਰਗੇਟਸ ਪੂਰੇ ਕਰਦੇ ਰਹੋਗੇ ਉਹਨਾਂ ਹੀ ਤੁਹਾਨੂੰ ਪ੍ਰਮੋਟ ਕਰਦੇ ਰਹਿਣਗੇ। ਯਾਨੀ ਕਿ ਅੱਗੇ ਤੁਹਾਡੀ ਪੋਸਟ ਵਧਾਉਂਦੇ ਰਹਿਣਗੇ, ਤੁਹਾਨੂੰ ਅਸਿਸਟੈਂਟ ਮੈਨੇਜਰ ਬਣਾ ਦੇਣਗੇ ਜਾਂ ਫਿਰ ਕੈਸ਼ੀਅਰ ਬਣਾ ਦੇਣਗੇ ਜਾਂ ਫਿਰ ਤੁਹਾਨੂੰ ਹੋਰ PO ਦੀ ਪੋਸਟ 'ਤੇ ਲੈ ਜਾਣਗੇ। ਇਸ ਕਰਕੇ ਜੇ ਤੁਸੀਂ ਹੁਣੀ ਗ੍ਰੈਜੂਏਸ਼ਨ ਆਪਣੀ ਕੰਪਲੀਟ ਕੀਤੀ ਹੈ ਤਾਂ ਤੁਸੀਂ ਬੈਂਕ ਵਿੱਚ ਹੀ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਸੀਂ ਪ੍ਰਾਈਵੇਟ ਬੈਂਕ ਵੀ ਟਰਾਈ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਗਵਰਨਮੈਂਟ ਬੈਂਕ ਬਾਰੇ ਵੀ ਇਨਫੋਰਮੇਸ਼ਨ ਦੇ ਦਿੰਦੇ ਹਾਂ। ਗਵਰਨਮੈਂਟ ਬੈਂਕ ਵਿੱਚ ਜੌਬ ਲੈਣ ਲਈ ਜਿਹੜਾ ਪ੍ਰੋਸੈਸ ਆ ਉਹ ਪ੍ਰਾਈਵੇਟ ਬੈਂਕ ਤੋਂ ਬਿਲਕੁਲ ਹੀ ਅਲੱਗ ਆ। ਗਵਰਨਮੈਂਟ ਬੈਂਕ ਵਿੱਚ ਜੌਬ ਲੈਣੀ ਥੋੜੀ ਡਿਫਿਕਲਟ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਗਵਰਨਮੈਂਟ ਬੈਂਕ ਵਿੱਚ ਜੌਬ ਲੈਣੀ ਆ ਤਾਂ ਤੁਹਾਨੂੰ ਬੈਂਕ ਦੀ ਕੋਚਿੰਗ ਲੈਣੀ ਪਊਗੀ। ਬੈਂਕ ਦੀ ਕੋਚਿੰਗ ਤੁਸੀਂ ਕਿਸੇ ਵੀ ਇੰਸਟੀਟਿਊਟ ਜਾਂ ਫਿਰ ਆਨਲਾਈਨ ਕਿਸੇ YouTube ਚੈਨਲ ਤੋਂ ਵੀ ਲੈ ਸਕਦੇ ਹੋ। ਜਦੋਂ ਤੁਸੀਂ ਆਪਣੀ ਕੋਚਿੰਗ ਪੂਰੀ ਕੰਪਲੀਟ ਕਰ ਲਈ, ਜਿਹੜੀ ਕੋਚਿੰਗ ਹੁੰਦੀ ਹੈ 4 ਤੋਂ 5 ਮੰਥਸ ਦੀ ਵੀ ਹੁੰਦੀ ਹੈ, ਪਰ ਜਿਹੜੇ ਕਈ ਸਟੂਡੈਂਟਸ ਇਸ ਨੂੰ 2 ਤੋਂ 3 ਮੰਥਸ ਵਿੱਚ ਵੀ ਕੰਪਲੀਟ ਕਰ ਲੈਂਦੇ ਆ। ਫਿਰ ਦੂਸਰੇ ਨੰਬਰ 'ਤੇ ਤੁਸੀਂ ਆਪਣੇ ਬੈਂਕ ਐਗਜ਼ਾਮ ਦਾ ਫਾਰਮ ਭਰਨਾ ਹੁੰਦਾ, ਯਾਨੀ ਕਿ ਤੁਸੀਂ ਐਗਜ਼ਾਮ ਫਾਰਮ ਭਰਨਾ ਹੁੰਦਾ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਐਗਜ਼ਾਮ ਆ ਉਸ ਨੂੰ ਕਲੀਅਰ ਕਰਨਾ ਪੈਂਦਾ ਵਾ। ਤੀਸਰੇ ਨੰਬਰ 'ਤੇ ਜਦੋਂ ਤੁਸੀਂ ਆਪਣਾ ਐਗਜ਼ਾਮ ਕਲੀਅਰ ਕਰ ਲਿਆ ਫਿਰ ਤੁਹਾਨੂੰ ਕੱਟ ਆਫ ਦੀ ਵੀ ਕਲੀਅਰ ਕਰਨੀ ਪੈਂਦੀ ਆ। ਕੱਟ ਆਫ ਤੁਹਾਡੇ ਨੰਬਰ ਵਾਈਜ਼ ਲੱਗਦੀ, ਯਾਨੀ ਕਿ ਤੁਹਾਡੀ ਕਾਸਟ ਵਾਈਜ਼ ਜਿਹੜੀ OBC ਹੁੰਦੇ ਜਾਂ ਜਨਰਲ ਹੁੰਦੇ ਆ ਜਾਂ SC ਹੁੰਦੇ ਆ ਉਹਨਾਂ ਦੀ ਅਲੱਗ-ਅਲੱਗ ਕੱਟ ਆਫ ਲੱਗੀ ਹੁੰਦੀ ਆ। ਤਾਂ ਤੁਹਾਨੂੰ ਆਪਣੇ ਅਕੋਰਡਿੰਗ ਆਪਣੀ ਕਾਸਟ ਦੇ ਅਕੋਰਡਿੰਗ ਆਪਣੀ ਕੱਟ ਆਫ ਕਲੀਅਰ ਕਰਨੀ ਪਊਗੀ। ਜਿਨ੍ਹਾਂ ਨੂੰ ਕੱਟ ਆਫ ਦਾ ਮਤਲਬ ਨਹੀਂ ਪਤਾ ਤੁਹਾਨੂੰ ਦੱਸ ਦਈਏ, ਸਮਝ ਲਓ ਜਿੱਦਾਂ ਕਿ 100 ਨੰਬਰ ਦਾ ਐਗਜ਼ਾਮ ਆ ਤਾਂ ਅਗਰ 100 ਵਿੱਚੋਂ ਕਿਸੇ SC ਕਾਸਟ ਵਾਲੇ ਦੇ 40 ਮਾਰਕਸ ਆ ਜਾਂਦੇ ਆ ਤਾਂ ਉਸ ਨੂੰ ਪਾਸ ਕਰ ਦਿੱਤਾ ਜਾਂਦਾ ਵਾ। ਪਰ ਉੱਥੇ ਹੀ ਜੇ ਕਿਸੇ OBC ਦੇ 50 ਮਾਰਕਸ ਵੀ ਆ ਜਾਂਦੇ ਆ ਉਸ ਨੂੰ ਪਾਸ ਨਹੀਂ ਕੀਤਾ ਜਾਊਗਾ। ਤੇ ਉਸ ਤੋਂ ਬਾਅਦ ਜੇ ਜਨਰਲ ਦੇ ਉਸ 60 ਮਾਰਕਸ ਵੀ ਆ ਜਾਂਦੇ ਆ ਉਸ ਨੂੰ ਵੀ ਪਾਸ ਨਹੀਂ ਕੀਤਾ ਜਾਊਗਾ। ਇਸ ਕਰਕੇ ਸਿਰਫ ਬੈਂਕ ਦੇ ਐਗਜ਼ਾਮ 'ਚ ਹੀ ਨਹੀਂ, ਤੁਸੀਂ ਕੋਈ ਵੀ ਸਰਕਾਰੀ ਨੌਕਰੀ ਲੈਣੀ ਹੈ ਤਾਂ ਜਿਹੜੇ ਤੁਹਾਡੇ ਉਸ ਵਿੱਚ ਮਾਰਕਸ ਨੇ ਯਾਨੀ ਕਿ ਜਿਹੜੇ ਤੁਹਾਡੇ ਨੰਬਰ ਨੇ ਉਹ ਤੁਹਾਨੂੰ ਆਪਣੀ ਕਾਸਟ ਦੇ ਅਕੋਰਡਿੰਗ ਹੀ ਲੈਣੇ ਪੈਣਗੇ। ਤੇ ਜਦੋਂ ਤੁਹਾਡੀ ਕੱਟ ਆਫ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਕੁਝ ਮੰਥਸ ਬਾਅਦ ਜਿਹੜੀ ਤੁਹਾਡੀ ਜੁਆਇਨਿੰਗ ਲੈਟਰ ਆ ਉਹ ਆ ਜਾਂਦੀ ਆ। ਉਸ ਤੋਂ ਬਾਅਦ ਤੁਸੀਂ ਗਵਰਨਮੈਂਟ EMPLOYE ਬਣ ਜਾਂਦੇ ਹੋ। ਹੁਣ ਗਵਰਨਮੈਂਟ ਐਗਜ਼ਾਮ ਬਾਰੇ ਵੀ ਤੁਹਾਨੂੰ ਕੁਝ ਗੱਲਾਂ ਦੱਸ ਦਈਏ ਕਿਉਂਕਿ ਜਿਹੜਾ ਬੈਂਕ ਦਾ ਐਗਜ਼ਾਮ ਹੁੰਦਾ ਵਾ ਇਹ ਕਲੀਅਰ ਕਰਨਾ ਥੋੜਾ ਔਖਾ ਹੁੰਦਾ ਵਾ। ਇਸ ਕਰਕੇ ਤੁਹਾਨੂੰ ਇਹਦੇ ਲਈ ਕਾਫੀ ਜ਼ਿਆਦਾ ਮਿਹਨਤ ਕਰਨੀ ਪਊਗੀ, ਫਿਰ ਹੀ ਤੁਸੀਂ ਗਵਰਨਮੈਂਟ ਬੈਂਕ ਦਾ ਐਗਜ਼ਾਮ ਕਲੀਅਰ ਕਰ ਸਕਦੇ ਹੋ। ਦੂਸਰੇ ਨੰਬਰ 'ਤੇ ਇਸ ਵਿੱਚ ਜਿਹੜੀ ਸੈਲਰੀ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਅਗਰ ਤੁਸੀਂ ਪ੍ਰਾਈਵੇਟ ਬੈਂਕ ਨਾਲ ਕੰਪੇਅਰ ਕਰਦੇ ਹੋ। ਪ੍ਰਾਈਵੇਟ ਬੈਂਕ ਤੋਂ ਜਿਹੜੀ ਗਵਰਨਮੈਂਟ ਬੈਂਕ ਦੀ ਸੈਲਰੀ ਹੁੰਦੀ ਹੈ ਉਹ ਹਮੇਸ਼ਾ ਵਧੀਆ ਹੀ ਹੁੰਦੀ ਆ। ਤੀਸਰੇ ਨੰਬਰ 'ਤੇ ਇਸ ਵਿੱਚ ਤੁਹਾਨੂੰ ਸਿੱਧਾ ਕਲਰਕ ਦੀ ਜਾਂ ਫਿਰ PO ਦੀ ਜੌਬ ਪੋਜੀਸ਼ਨ ਮਿਲਦੀ ਹੈ, ਯਾਨੀ ਕਿ ਪ੍ਰਾਈਵੇਟ ਬੈਂਕ ਦੀ ਤਰ੍ਹਾਂ ਤੁਹਾਨੂੰ ਇੱਥੇ ਸੇਲਸ ਆਫਿਸਰ ਦੀ ਪੋਸਟ ਦੇਖਣ ਨੂੰ ਨਹੀਂ ਮਿਲਦੀ, ਤੁਹਾਨੂੰ ਇੱਕ ਬਹੁਤ ਵਧੀਆ ਜੌਬ ਪੋਜੀਸ਼ਨ ਦੇਖਣ ਨੂੰ ਮਿਲਦੀ ਆ। ਚੌਥੇ ਨੰਬਰ 'ਤੇ ਜਿਹੜੀ ਜੌਬ ਲੋਕੇਸ਼ਨ ਆ ਉਹ ਕਿਤੇ ਵੀ ਹੋ ਸਕਦੀ ਹੈ ਪੂਰੇ ਇੰਡੀਆ ਦੇ ਵਿੱਚ। ਇਹ ਨਹੀਂ ਕਿ ਤੁਸੀਂ ਪੰਜਾਬ ਵਿੱਚ ਐਗਜ਼ਾਮ ਭਰੇ ਤੁਹਾਨੂੰ ਪੰਜਾਬ ਹੀ ਮਿਲ ਜਾਵੇ, ਤੁਹਾਨੂੰ ਕਿਤੇ ਵੀ ਜੌਬ ਲੋਕੇਸ਼ਨ ਮਿਲ ਸਕਦੀ ਆ।
ਹੁਣ ਜੇ ਤੁਸੀਂ ਗਵਰਨਮੈਂਟ ਬੈਂਕ ਵਿੱਚ ਜੌਬ ਲੈਣਾ ਚਾਹੁੰਦੇ ਹੋ ਤੁਹਾਨੂੰ ਦੱਸ ਦਈਏ ਇੱਥੇ ਦੋ ਤਰ੍ਹਾਂ ਦੇ ਐਗਜ਼ਾਮਸ ਹੁੰਦੇ ਨੇ IBPS ਕਲਰਕ PO ਤੇ SBI ਕਲਰਕ PO। ਤਾਂ ਤੁਹਾਨੂੰ ਦੱਸ ਦਈਏ ਜਿਹੜਾ IBPS ਹੈ ਸਮਝ ਲਓ ਇੱਕ ਤਰ੍ਹਾਂ ਦੀ ਏਜੰਸੀ ਆ। IBPS ਦੇ ਜਿਹੜੇ ਐਗਜ਼ਾਮਸ ਹੁੰਦੇ ਆ ਇਸ ਦੇ ਅੰਡਰ ਜਿਹੜੀਆਂ ਇੰਡੀਆ ਦੀਆਂ ਸਾਰੀ ਗਵਰਨਮੈਂਟ ਬੈਂਕਸ ਆਉਂਦੀਆਂ ਨੇ ਸਿਰਫ SBI ਨੂੰ ਛੱਡ ਕੇ। ਜਿਹੜੀ SBI ਆ ਉਹ ਆਪਣਾ ਅਲੱਗ ਐਗਜ਼ਾਮ ਲੈਂਦੀ ਆ, ਇਸ ਲਈ SBI ਕਲਰਕ ਤੇ SBI PO ਜਿਹੜੇ ਫਾਰਮ ਨੇ ਉਹ ਅਲੱਗ ਤੋਂ ਨਿਕਲਦੇ ਹੁੰਦੇ ਨੇ। ਜਿਹੜਾ IBPS ਕਲਰਕ ਆ ਉਸ ਵਿੱਚ ਸਾਰੀਆਂ ਇੰਡੀਆ ਦੀ ਬੈਂਕਸ ਆਉਂਦੀਆਂ ਨੇ, ਇਸ ਕਰਕੇ ਇਹ ਦੋ ਹੀ ਫਾਰਮਸ ਨੇ। ਅਗਰ ਤੁਸੀਂ ਬੈਂਕ ਵਿੱਚ ਜੌਬ ਲੈਣਾ ਚਾਹੁੰਦੇ ਹੋ ਤੁਸੀਂ ਇਹ ਦੋਨੋਂ ਫਾਰਮ ਭਰ ਸਕਦੇ ਹੋ। ਹੁਣ ਆਪਾਂ ਤੁਹਾਨੂੰ ਐਗਜ਼ਾਮ ਦਾ ਪੈਟਰਨ ਵੀ ਦੱਸ ਦਿੰਦੇ ਹਾਂ ਤੇ ਸਬਜੈਕਟ ਵੀ ਦੱਸ ਦਿੰਦੇ ਹਾਂ। ਜਿਹੜੇ ਤੁਹਾਡੇ ਐਗਜ਼ਾਮਸ ਹੁੰਦੇ ਨੇ ਇਹ ਦੋ ਐਗਜ਼ਾਮਸ ਹੁੰਦੇ ਆ। ਪਹਿਲਾਂ ਤੁਹਾਡਾ ਪ੍ਰੀ ਦਾ ਐਗਜ਼ਾਮ ਹੁੰਦਾ ਵਾ, ਅਗਰ ਤੁਸੀਂ ਪ੍ਰੀ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਡਾ ਇੱਕ ਦੂਸਰਾ ਐਗਜ਼ਾਮ ਹੁੰਦਾ ਮੇਨਸ ਐਗਜ਼ਾਮ। ਜਦੋਂ ਤੁਸੀਂ ਮੇਨਸ ਦਾ ਐਗਜ਼ਾਮ ਕਲੀਅਰ ਕਰਦੇ ਹੋ ਫਿਰ ਹੀ ਤੁਹਾਨੂੰ ਅੱਗੇ ਜਾ ਕੇ ਤੁਹਾਡੀ ਜੌਬ ਮਿਲਦੀ ਹੈ। ਤਾਂ ਬੈਂਕ ਦੀ ਜੌਬ ਲੈਣ ਲਈ ਤੁਹਾਨੂੰ ਜਿਹੜੇ ਸਬਜੈਕਟਸ ਆਉਣੇ ਚਾਹੀਦੇ ਆ ਤੁਹਾਨੂੰ ਦੱਸ ਦਿੰਦਾ। ਇੱਕ ਆ ਜਨਰਲ ਇੰਗਲਿਸ਼ ਤੇ ਜਨਰਲ ਅਵੇਅਰਨੈਸ। ਉਸ ਤੋਂ ਬਾਅਦ ਜਿਹੜਾ ਤੁਹਾਡਾ ਅਗਲਾ ਸਬਜੈਕਟ ਆ ਉਹ ਰੀਜ਼ਨਿੰਗ ਐਬਿਲਿਟੀ ਤੇ ਕੰਪਿਊਟਰ ਐਪਟੀਟਿਊਡ, ਤੇ ਉਸ ਤੋਂ ਬਾਅਦ ਹੁੰਦਾ ਤੁਹਾਡਾ ਕੁਆਂਟੀਟੇਟਿਵ ਐਪਟੀਟਿਊਡ। ਇਹ ਜਿਹੜੇ ਸਬਜੈਕਟਸ ਹੁੰਦੇ ਨੇ ਜਾਂ ਫਿਰ ਇਹਦੇ ਵਿੱਚ ਜਿਹੜੀ ਵੀ ਮੈਥਸ ਹੁੰਦੀ ਹੈ ਇਹ ਜ਼ਿਆਦਾ ਔਖੀ ਨਹੀਂ ਹੁੰਦੀ, ਪਰ ਇਹਦੇ ਵਿੱਚ ਜਿਹੜੀ ਕੈਲਕੂਲੇਸ਼ਨਸ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ। ਇਸ ਕਰਕੇ ਜੇ ਤੁਸੀਂ ਆਪਣੀ ਕੈਲਕੂਲੇਸ਼ਨ ਨੂੰ ਤੇਜ਼ ਕਰ ਲੈਂਦੇ ਹੋ ਫਿਰ ਤੁਹਾਨੂੰ ਇਹ ਐਗਜ਼ਾਮ ਕਲੀਅਰ ਕਰਨ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਆਵੇਗੀ। ਜਿਹੜਾ ਤੁਹਾਡਾ ਪ੍ਰੀ ਦਾ ਐਗਜ਼ਾਮ ਹੁੰਦਾ ਵਾ ਇਹਦੇ ਵਿੱਚ ਤੁਹਾਨੂੰ 100 ਮਾਰਕਸ ਦੇ 100 ਕੁਐਸਚਨ ਆਉਂਦੇ ਆ ਤੇ ਇਹਨਾਂ ਨੂੰ ਸੋਲਵ ਕਰਨ ਲਈ ਤੁਹਾਨੂੰ 1 ਘੰਟਾ ਦਿੱਤਾ ਜਾਂਦਾ ਵਾ। ਜਿਹੜਾ ਪ੍ਰੀ ਦਾ ਐਗਜ਼ਾਮ ਹੁੰਦਾ ਵਾ ਇਹ ਆਨਲਾਈਨ ਕੰਪਿਊਟਰ 'ਤੇ ਹੁੰਦਾ ਵਾ ਤੇ ਜਿਹੜਾ ਮੇਨ ਐਗਜ਼ਾਮ ਹੁੰਦਾ ਵਾ ਇਹ ਆਫਲਾਈਨ ਹੁੰਦਾ ਵਾ। ਮੇਨਸ ਐਗਜ਼ਾਮ ਵਿੱਚ ਤੁਹਾਨੂੰ 200 ਮਾਰਕਸ ਦੇ 190 ਕੁਐਸਚਨ ਆਉਂਦੇ ਨੇ ਤੇ ਇਸ ਨੂੰ ਸੋਲਵ ਕਰਨ ਲਈ ਤੁਹਾਨੂੰ 160 ਮਿੰਟ ਮਿਲਦੇ ਨੇ। ਤਾਂ ਗਵਰਨਮੈਂਟ ਐਗਜ਼ਾਮ ਵਿੱਚ ਜਿਹੜੀ ਟਾਈਮਿੰਗ ਹੁੰਦੀ ਹੈ ਬਹੁਤ ਜ਼ਿਆਦਾ ਲਿਮਟਿਡ ਹੁੰਦੀ ਹੈ, ਇਸ ਕਰਕੇ ਜਿਹੜੀ ਤੁਹਾਡੀ ਕੈਲਕੂਲੇਸ਼ਨ ਹੈ ਬਹੁਤ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਜਿਹੜਾ ਪੂਰਾ ਆਪਣਾ ਐਗਜ਼ਾਮ ਉਸ ਨੂੰ ਸੋਲਵ ਕਰ ਪਾਓਗੇ ਤੇ ਉਸ ਨੂੰ ਪਾਸ ਕਰ ਪਾਓਗੇ। ਤੇ ਤੁਹਾਨੂੰ ਦੱਸ ਦਈਏ ਕਿ ਬੈਂਕ ਵਿੱਚ ਤੁਹਾਨੂੰ ਦੋ ਪੋਸਟਾਂ ਦੇਖਣ ਨੂੰ ਮਿਲਦੀਆਂ ਨੇ, ਇੱਕ ਬੈਂਕ ਕਲਰਕ ਦੀ, ਇੱਕ ਬੈਂਕ PO ਦੀ। ਜਿਹੜੀ ਬੈਂਕ ਕਲਰਕ ਆ ਉਹਦੇ ਲਈ ਤੁਹਾਨੂੰ ਪ੍ਰੀ ਐਗਜ਼ਾਮ ਕਲੀਅਰ ਕਰਨਾ ਪੈਂਦਾ, ਮੇਨਸ ਐਗਜ਼ਾਮ, ਤੇ ਉਸ ਤੋਂ ਬਾਅਦ ਤੁਹਾਨੂੰ ਜੌਬ ਮਿਲ ਜਾਂਦੀ ਆ। ਪਰ ਜਿਹੜਾ ਤੁਹਾਡਾ PO ਦਾ ਐਗਜ਼ਾਮ ਆ ਉਹਦੇ ਵਿੱਚ ਤੁਹਾਨੂੰ ਪ੍ਰੀ ਐਗਜ਼ਾਮ ਵੀ ਕਲੀਅਰ ਕਰਨਾ ਪਊਗਾ, ਮੇਨਸ ਵੀ ਕਲੀਅਰ ਕਰਨਾ ਪਊਗਾ ਤੇ ਇੰਟਰਵਿਊ ਵੀ ਕਲੀਅਰ ਕਰਨਾ ਪਊਗਾ। ਜਿਹੜਾ ਬੈਂਕ PO ਲੱਗਣ ਲਈ ਤੁਹਾਨੂੰ ਇੰਟਰਵਿਊ ਕਲੀਅਰ ਕਰਨਾ ਜ਼ਰੂਰੀ ਹੈ। ਅਗਰ ਤੁਸੀਂ ਪ੍ਰੀ ਤੇ ਮੇਨਸ ਵੀ ਕਲੀਅਰ ਕਰ ਲੈਂਦੇ ਹੋ ਪਰ ਇੰਟਰਵਿਊ ਵਿੱਚ ਫੇਲ ਹੋ ਜਾਂਦੇ ਹੋ ਫਿਰ ਤੁਹਾਨੂੰ ਜੌਬ ਨਹੀਂ ਮਿਲੂਗੀ। ਇਸ ਕਰਕੇ ਤੁਸੀਂ ਹਮੇਸ਼ਾ ਟਰਾਈ ਕਰੋ ਕਿ ਤੁਸੀਂ ਬੈਂਕ ਕਲਰਕ ਦਾ ਹੀ ਐਗਜ਼ਾਮ ਕਲੀਅਰ ਕਰੋ। ਜੇ ਤੁਸੀਂ ਬੈਂਕ ਕਲਰਕ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਹੋ ਫਿਰ ਬੈਂਕ PO ਤੁਸੀਂ ਆਪੇ 2-3 ਸਾਲ ਬਾਅਦ ਆਪੇ ਹੀ ਉਸ ਪੋਸਟ 'ਤੇ ਪਹੁੰਚ ਜਾਓਗੇ। ਤੇ ਜਿਹੜਾ ਬੈਂਕ ਕਲਰਕ ਦਾ ਐਗਜ਼ਾਮ ਹੁੰਦਾ ਵਾ ਬੈਂਕ PO ਨਾਲੋਂ ਥੋੜਾ ਈਜ਼ੀ ਹੁੰਦਾ ਵਾ, ਇਸ ਕਰਕੇ ਤੁਸੀਂ ਬੈਂਕ ਕਲਰਕ ਨੂੰ ਹੀ ਕਲੀਅਰ ਕਰਨ ਦੀ ਕੋਸ਼ਿਸ਼ ਕਰੋ। ਬੈਂਕ PO ਥੋੜਾ ਜ਼ਿਆਦਾ ਟਫ ਹੁੰਦਾ ਵਾ। ਬੈਂਕ PO ਲਈ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਫਿਰ ਹੀ ਤੁਸੀਂ ਬੈਂਕ PO ਨੂੰ ਕਲੀਅਰ ਕਰ ਸਕਦੇ ਹੋ। ਹੁਣ ਆਪਾਂ ਪ੍ਰਾਈਵੇਟ ਬੈਂਕ ਤੇ ਗਵਰਨਮੈਂਟ ਬੈਂਕ ਦੇ ਫਾਇਦੇ ਤੇ ਨੁਕਸਾਨ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਪ੍ਰਾਈਵੇਟ ਬੈਂਕ ਆ ਉਸ ਦਾ ਫਾਇਦਾ ਇਹੀ ਹੈ ਕਿ ਇਸ ਵਿੱਚ ਜਿਹੜੀ ਜੌਬ ਆ ਉਹ ਈਜ਼ੀਲੀ ਆਪਾਂ ਨੂੰ ਮਿਲ ਜਾਂਦੀ ਆ। ਪਰ ਜਿਹੜਾ ਨੁਕਸਾਨ ਆ ਉਹ ਹੈ ਕਿ ਇਹਦੇ ਵਿੱਚ ਜਿਹੜੀ ਸੈਲਰੀ ਆ ਉਹ ਘੱਟ ਹੁੰਦੀ ਹੈ। ਜਿਹੜੀ ਫਰੈਸ਼ਰ ਲਈ ਸੈਲਰੀ ਆ ਉਹ 11,500 ਤੋਂ ਸ਼ੁਰੂ ਹੁੰਦੀ ਆ, ਉਸ ਤੋਂ ਬਾਅਦ ਬਹੁਤ ਸਲੋ ਤੁਹਾਡੀ ਪਰਫਾਰਮੈਂਸ ਦੇ ਬੇਸ 'ਤੇ ਹੀ ਵੱਧਦੀ ਆ। ਇਸ ਵਿੱਚ ਜੀ ਵਧੀਆ ਚੀਜ਼ ਇਹ ਹੈ ਕਿ ਜਿਹੜੀ ਤੁਹਾਡੀ ਪ੍ਰਮੋਸ਼ਨ ਆ ਇਹ ਪਰਫਾਰਮੈਂਸ ਬੇਸਡ ਆ। ਅਗਰ ਜਿੰਨਾ ਵਧੀਆ ਤੁਸੀਂ ਕੰਮ ਕਰਦੇ ਹੋ ਪ੍ਰਾਈਵੇਟ ਬੈਂਕ ਵਿੱਚ ਉਨੀ ਹੀ ਜ਼ਿਆਦਾ ਤੁਹਾਡੀ ਪ੍ਰਮੋਸ਼ਨ ਹੋ ਜਾਂਦੀ ਆ। ਚੌਥੇ ਨੰਬਰ 'ਤੇ ਜਿਹੜਾ ਇਹਦਾ ਮੇਨ ਉਹ ਡਿਮੈਰਿਟ ਆ ਸਮਝ ਲਓ ਕਿ ਇਸ ਵਿੱਚ ਜਿਹੜਾ ਕੰਮ ਹੁੰਦਾ ਉਹ ਜ਼ਿਆਦਾ ਹੁੰਦਾ ਵਾ ਪ੍ਰਾਈਵੇਟ ਬੈਂਕ ਦੇ ਵਿੱਚ। ਤੇ ਜਿਹੜੀ ਇਸਦਾ ਫਾਇਦਾ ਵਾ 5ਵੇਂ ਨੰਬਰ 'ਤੇ ਉਹ ਆ ਨੋ ਰਿਜ਼ਰਵੇਸ਼ਨ। ਜਿਹੜੀ ਪ੍ਰਾਈਵੇਟ ਬੈਂਕ ਆ ਇਸ ਵਿੱਚ ਤੁਹਾਨੂੰ ਰਿਜ਼ਰਵੇਸ਼ਨ ਜਾਂ ਫਿਰ ਕੱਟ ਆਫ ਦੇਖਣ ਨੂੰ ਨਹੀਂ ਮਿਲਦੀ। ਹੁਣ ਗੱਲ ਕਰਦੇ ਹਾਂ ਆਪਾਂ ਗਵਰਨਮੈਂਟ ਬੈਂਕ ਦੀ। ਗਵਰਨਮੈਂਟ ਬੈਂਕ ਵਿੱਚ ਜਿਹੜੀ ਜੌਬ ਲੈਣੀ ਹੈ ਸਭ ਤੋਂ ਪਹਿਲਾਂ ਉਹੀ ਬਹੁਤ ਮੁਸ਼ਕਿਲ ਹੁੰਦੀ ਹੈ ਕਿਉਂਕਿ ਜਿਹੜੇ ਤੁਹਾਨੂੰ ਬਹੁਤ ਹੀ ਜ਼ਿਆਦਾ ਟਫ ਐਗਜ਼ਾਮਸ ਨੂੰ ਕਲੀਅਰ ਕਰਨਾ ਪੈਂਦਾ ਵਾ। ਦੂਸਰੇ ਨੰਬਰ 'ਤੇ ਹੁੰਦੀ ਹੈ ਰਿਜ਼ਰਵੇਸ਼ਨ। ਅਗਰ ਤੁਸੀਂ ਐਗਜ਼ਾਮ ਨੂੰ ਕਲੀਅਰ ਵੀ ਕਰ ਲੈਂਦੇ ਹੋ ਕਾਫੀ ਮਾਰਕਸ ਲੈ ਵੀ ਜਾਂਦੇ ਹੋ ਫਿਰ ਕਈ ਵਾਰ ਜਿਹੜੇ ਸਟੂਡੈਂਟਸ ਨੇ ਉਹ ਰਿਜ਼ਰਵੇਸ਼ਨ ਵਿੱਚ ਫਸ ਜਾਂਦੇ ਨੇ, ਇਸ ਕਰਕੇ ਰਿਜ਼ਰਵੇਸ਼ਨ ਵੀ ਇਸ ਵਿੱਚ ਇੱਕ ਮੁਸ਼ਕਿਲ ਆਉਂਦੀ ਹੈ। ਤੀਸਰੇ ਨੰਬਰ 'ਤੇ ਨੋ ਵਰਕਲੋਡ। ਇਸ ਦਾ ਫਾਇਦਾ ਹੈ ਗਵਰਨਮੈਂਟ ਬੈਂਕ ਤੁਹਾਡੇ 'ਤੇ ਕੋਈ ਵੀ ਵਰਕਲੋਡ ਨਹੀਂ ਹੁੰਦਾ, ਇਹਨਾਂ ਸਭ ਨੂੰ ਪਤਾ ਹੀ ਹੈ। ਚੌਥੇ ਨੰਬਰ 'ਤੇ ਹਾਈ ਸੈਲਰੀ। ਗਵਰਨਮੈਂਟ ਬੈਂਕ ਵਿੱਚ ਹਮੇਸ਼ਾ ਜਿਹੜੀ ਸੈਲਰੀ ਹੈ ਬਹੁਤ ਜ਼ਿਆਦਾ ਹਾਈ ਹੁੰਦੀ ਆ ਪ੍ਰਾਈਵੇਟ ਬੈਂਕ ਦੇ ਨਾਲੋਂ। ਤੇ 5ਵੇਂ ਨੰਬਰ 'ਤੇ ਪਰਮਾਨੈਂਟ ਜੌਬ। ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਗਵਰਨਮੈਂਟ ਬੈਂਕ ਦਾ, ਇਸ ਵਿੱਚ ਅਗਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਜੌਬ ਤੁਹਾਡੀ ਪੂਰੀ ਪੱਕੀ ਜੌਬ ਹੁੰਦੀ ਹੈ, ਕੋਈ ਵੀ ਤੁਹਾਨੂੰ ਕਦੇ ਵੀ ਨਹੀਂ ਕੱਢ ਸਕਦਾ। ਬਾਕੀ ਜੇ ਫਿਰ ਤੁਹਾਨੂੰ ਬੈਂਕ ਜੌਬ ਬਾਰੇ ਕੋਈ ਵੀ ਡਾਊਟ ਆ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ, ਮੈਂ ਤੁਹਾਡਾ ਰਿਪਲਾਈ ਜ਼ਰੂਰ ਕਰੂੰਗਾ। ਇਸ ਤੋਂ ਇਲਾਵਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਰੈਗੂਲਰ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿਣ। ਥੈਂਕਸ ਫॉर ਵਾਚਿੰਗ ਮਾਈ ਵੀਡੀਓ।